हेलो एवरीवन, साਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਲਕਮ ਟੂ ਪੰਜਾਬੀ ਟੂ ਇੰਗਲਿਸ਼ ਲਰਨਿੰਗ। ਬਹੁਤ ਸਵਾਗਤ ਹੈ ਤੁਹਾਡਾ। ਅੱਜ ਅਸੀਂ ਸਿੰਪਲ ਸੈਂਟੈਂਸ ਬਣਾਉਣੇ ਸਿੱਖਾਂਗੇ ਇੰਗਲਿਸ਼ ਦੇ ਵਿੱਚ। was were is am are will be shall be ਦਾ ਯੂਜ਼ ਕਰਕੇ, ਸਹੀ ਇਸਤੇਮਾਲ ਕਰਕੇ ਅਸੀਂ ਸੈਂਟੈਂਸ ਬਣਾਉਣੇ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ was were is am are ਜਾਂ will be shall be ਕਿੱਥੋਂ ਆਉਂਦਾ ਹੈ। ਇਹ ਵਰਡਸ ਦਾ ਓਰੀਜਨ ਜਾਂ ਮੂਲ ਰੂਪ ਕਹਿ ਦਈਏ, ਇਹਨਾਂ ਦੀ ਜੜ ਹੈ ਬੀ ਵਰਡ ਤੋਂ ਇਹ ਵਰਡਸ ਨਿਕਲਦੇ ਨੇ ਅੱਗੇ। ਬੀ ਦਾ ਮਤਲਬ ਹੁੰਦਾ ਹੋਣਾ। ਬੀ ਤੋਂ was were ਆਉਂਦਾ ਹੈ ਇੱਕ ਟਾਈਪ, ਸੈਕਿੰਡ ਟਾਈਪ is am are, ਥਰਡ ਟਾਈਪ will be shall be। was were ਅਸੀਂ ਉਦੋਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਪਾਸਟ ਦੀ ਗੱਲ ਕਰਨੀ ਹੈ, ਜਦੋਂ ਅਸੀਂ ਭੂਤਕਾਲ ਦੀ ਗੱਲ ਕਰਨੀ ਹੈ। ਉਸ ਸਮੇਂ ਦੀ ਜੋ ਬੀਤ ਚੁੱਕਿਆ ਹੈ, ਜੋ ਲੰਘ ਗਿਆ ਹੈ, ਉਸ ਸਮੇਂ ਨੂੰ ਦੱਸਣ ਵਾਸਤੇ ਅਸੀਂ was were ਦਾ ਇਸਤੇਮਾਲ ਕਰਦੇ ਹਾਂ। is am are ਦਾ ਇਸਤੇਮਾਲ ਉਦੋਂ ਅਸੀਂ ਕਰਦੇ ਹਾਂ ਜਦੋਂ ਅਸੀਂ ਵਰਤਮਾਨ ਦੀ ਪ੍ਰੈਜ਼ੈਂਟ ਸਮੇਂ ਦੀ ਗੱਲ ਕਰਨੀ ਆ, ਜੋ ਸਮਾਂ ਹੁਣ ਚੱਲ ਰਿਹਾ ਹੈ ਉਸ ਦੀ ਗੱਲ ਕਰਨੀ ਆ, ਤਾਂ ਉੱਥੇ is am are ਦਾ ਇਸਤੇਮਾਲ ਅਸੀਂ ਕਰਦੇ ਹਾਂ। will be shall be ਫਿਊਚਰ, ਭਵਿੱਖ ਦੇ ਵਿੱਚ ਜਾਂ ਭਵਿੱਖ ਬਾਰੇ ਕੋਈ ਗੱਲ ਕਰਨੀ ਆ, ਆਉਣ ਵਾਲੇ ਸਮੇਂ ਦੀ ਗੱਲ ਕਰਨੀ ਆ, ਉਦੋਂ ਅਸੀਂ will be ਜਾਂ shall be ਦਾ ਯੂਜ਼ ਕਰਦੇ ਹਾਂ, ਇਸਤੇਮਾਲ ਕਰਦੇ ਹਾਂ। ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਕਿਵੇਂ ਯੂਜ਼ ਕਰਨਾ, ਕਿੱਥੇ ਯੂਜ਼ ਕਰਨਾ। was were ਨਾਲ ਸ਼ੁਰੂ ਕਰ ਲੈਂਦੇ ਹਾਂ। was were ਜਿਵੇਂ ਆਪਾਂ ਪੜ੍ਹਿਆ ਹੈ ਪਾਸਟ ਦੀ ਗੱਲ ਕਰਦਾ ਹੈ, ਬੀਤ ਚੁੱਕੇ ਸਮੇਂ ਦੀ ਗੱਲ ਕਰਦਾ ਹੈ, ਜੋ ਸਮਾਂ ਲੰਘ ਗਿਆ ਹੈ। ਜਦੋਂ ਅਸੀਂ ਕਿਸੇ ਵਸਤੂ ਜਾਂ ਵਿਅਕਤੀ ਦੀ ਪਾਸਟ ਦੀ ਹਾਲਾਤ ਦੱਸਣੇ ਹੋਣ, ਉਹਦਾ ਭੂਤਕਾਲ ਵਿੱਚ ਕੀ ਸੀਗਾ, ਉਹਦੇ ਬਾਰੇ ਗੱਲ ਕਰਨੀ ਹੋਵੇ, ਉਦੋਂ ਆਪਾਂ ਯੂਜ਼ ਕਰਦੇ ਹਾਂ was were। I, he, she, it ਸਿੰਗੂਲਰ ਇੱਕ ਵਚਨ ਹੈ, ਇਹਨਾਂ ਦੇ ਨਾਲ was ਲੱਗੇਗਾ। I was, he was, she was, it was ਸਿੰਗੂਲਰ। ਕੋਈ ਇੱਕ ਨਾਮ ਹੋ ਸਕਦਾ, ਕੋਈ ਇੱਕ ਚੀਜ਼ ਹੋ ਸਕਦੀ ਹੈ। ਰਾਜ was, ਰਾਮ was, ਐਪਲ was, ਮੈਂਗੋ was, ਠੀਕ ਹੈ। ਦ ਚੇਅਰ was, ਇਹਨਾਂ ਦੇ ਨਾਲ ਆਪਾਂ was ਦਾ ਇਸਤੇਮਾਲ ਕਰਾਂਗੇ। ਯੂ, ਵੀ, ਦੇ ਪਲੂਰਲ ਹੁੰਦਾ ਬਹੁਵਚਨ, ਇੱਕ ਤੋਂ ਜ਼ਿਆਦਾ ਚੀਜ਼ਾਂ ਵੀ ਹੋ ਸਕਦੀਆਂ ਨੇ, ਇੱਕ ਤੋਂ ਜ਼ਿਆਦਾ ਵਿਅਕਤੀ ਵੀ ਹੋ ਸਕਦੇ ਨੇ, ਉੱਥੇ ਅਸੀਂ ਇਸਤੇਮਾਲ ਕਰਾਂਗੇ were। ਯੂ ਵਰ, ਵੀ ਵਰ, ਦੇ ਵਰ, ਪਲੂਰਲ ਰਾਮ ਐਂਡ ਸ਼ਾਮ ਵਰ, ਯੂ ਐਂਡ ਆਈ ਵਰ, ਓਕੇ। ਇਹਨਾਂ ਚੀਜ਼ਾਂ ਦੇ ਵਿੱਚ ਇਸਤੇਮਾਲ ਕਰਾਂਗੇ। ਅੱਧਾ ਸੈਂਟੈਂਸ ਆਪਣਾ ਬਣ ਗਿਆ, ਬਾਕੀ ਦਾ ਅੱਧਾ ਦੇਖਦੇ ਆਪਾਂ ਕਿਵੇਂ ਬਣਾਉਣਾ ਹੈ। ਅਸੀਂ ਇਸਤੇਮਾਲ ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕਿੱਥੇ ਕਰਨਾ, ਉਹ ਦੇਖਦੇ ਹਾਂ। ਆਪਾਂ ਜਦੋਂ ਵੀ ਕੋਈ ਸੈਂਟੈਂਸ ਸਿੱਖਦੇ ਹਾਂ, ਬਣਾਉਣੇ ਆ, ਤਾਂ ਉਹ ਪੰਜਾਬੀ ਦੇ ਵਿੱਚ ਹੋਵੇ, ਕਿਸੇ ਵੀ ਲੈਂਗੁਏਜ ਦੇ ਵਿੱਚ ਹੋਵੇ, ਉਹਦੇ 'ਚ ਉਹ ਸੈਂਟੈਂਸ ਦੇ ਵਿੱਚ ਕਿਸੇ ਚੀਜ਼ ਬਾਰੇ ਗੱਲ ਕੀਤੀ ਗਈ ਹੁੰਦੀ ਹੈ, ਕਿਸੇ ਵਸਤੂ ਬਾਰੇ, ਵਿਅਕਤੀ ਬਾਰੇ ਗੱਲ ਕੀਤੀ ਜਾਂਦੀ ਹੈ। ਅਤੇ ਜੋ ਸੈਂਟੈਂਸ ਦੇ ਵਿੱਚ ਕੰਮ ਕਰਦਾ ਹੈ, ਜਿਹਦੇ ਬਾਰੇ ਗੱਲ ਹੁੰਦੀ ਹੈ, ਉਹਨੂੰ ਅਸੀਂ ਸਬਜੈਕਟ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਪੰਜਾਬੀ ਦੇ ਵਿੱਚ ਜਿਹਨੂੰ ਅਸੀਂ ਕਰਤੇ ਦੇ ਨਾਮ ਤੋਂ ਜਾਣਦੇ ਹਾਂ। ਜਦੋਂ ਅਸੀਂ ਕਰਤੇ ਜਾਂ ਸਬਜੈਕਟ ਦੇ ਨਾਮ ਬਾਰੇ ਗੱਲ ਕਰਨੀ ਆ, ਏਜ, ਉਮਰ ਬਾਰੇ, ਰਿਲੇਸ਼ਨ, ਰਿਸ਼ਤੇ ਬਾਰੇ, ਪਹਿਚਾਣ ਬਾਰੇ, ਆਈਡੈਂਟੀਟੀ, ਪ੍ਰੋਫੈਸ਼ਨ, ਕਿੱਤੇ ਬਾਰੇ, ਜੈਂਡਰ, ਉਹ ਲਿੰਗ ਹੈ, ਪੁਲਿੰਗ ਹੈ, ਕੁਆਲਿਟੀ, ਉਹਦੀ ਗੁਣ ਵਿਸ਼ੇਸ਼ਤਾਵਾਂ, ਅਵਗੁਣ, ਉਹਦੀ ਸਥਿਤੀ, ਉਹਦੀ ਕੰਡੀਸ਼ਨ, ਉਹਦੇ ਹਾਲਾਤ ਬਾਰੇ ਗੱਲ ਕਰਨੀ ਆ, ਉਦੋਂ ਅਸੀਂ ਯੂਜ਼ ਕਰਦੇ ਹਾਂ is am are, was were, will be shall be। ਹੁਣ ਅਸੀਂ ਪਾਸਟ ਦੀ ਗੱਲ ਕਰ ਰਹੇ ਹਾਂ was were ਦੀ, ਤਾਂ ਉੱਥੇ ਯੂਜ਼ ਕਰਾਂਗੇ ਅਸੀਂ ਸਬਜੈਕਟ ਦੇ ਨਾਲ was were। ਸਿੱਧੇ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਸਬਜੈਕਟ ਬਾਰੇ ਦੱਸਣਾ ਹੋਵੇ ਵੀ ਉਹ ਕੀ ਸੀ, ਕਿਵੇਂ ਸੀ, ਕਿਸ ਤਰ੍ਹਾਂ ਦਾ ਸੀ, ਉੱਥੇ ਇਸਤੇਮਾਲ ਕਰਾਂਗੇ ਅਸੀਂ ਸਬਜੈਕਟ ਦੇ ਨਾਲ was ਜਾਂ were। ਆਈ ਦੇ ਨਾਲ was ਦੇਖਿਆ ਆਪਾਂ, ਜਿਵੇਂ ਯੂ ਦੇ ਨਾਲ were ਦੇਖਿਆ, ਉਹ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ ਸੈਂਟੈਂਸਿਸ ਦੇਖਦੇ ਹਾਂ ਤਾਂ ਕਿ ਆਪਾਂ ਦੋਨੋਂ ਚੀਜ਼ਾਂ ਨੂੰ ਕਲੱਬ ਕਰ ਸਕੀਏ। ਉਹ ਅਮੀਰ ਸੀ, ਹੁਣ ਇੱਥੇ ਕੀ ਗੱਲ ਹੋ ਰਹੀ ਹੈ, ਉਹਦੇ ਬਾਰੇ ਗੱਲ ਹੋ ਰਹੀ ਆ। ਉਹ ਲੜਕਾ ਵੀ ਹੋ ਸਕਦਾ, ਲੜਕੀ ਵੀ ਹੋ ਸਕਦੀ ਹੈ, ਤਾਂ ਉਹ ਕੀ ਹੋ ਗਿਆ ਆਪਣਾ ਇੱਥੇ ਸਬਜੈਕਟ, ਕਰਤਾ, ਕੰਮ ਕਰਨ ਵਾਲਾ ਵਿਅਕਤੀ। ਹੁਣ ਉਹਦੇ ਬਾਰੇ ਕੀ ਗੱਲ ਹੋ ਰਹੀ ਹੈ, ਕੀ ਹੋ ਰਹੀ ਹੈ ਨਾ ਗੱਲ, ਤਾਂ ਇਹਦਾ ਮਤਲਬ ਆਪਣਾ ਪਾਸਟ ਦੀ ਗੱਲ ਹੋ ਰਹੀ ਆ, was were ਵਾਲਾ ਸੈਂਟੈਂਸ ਆ। ਇਹ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ,
ਜਾਂ ਉਹਦੀ ਸਥਿਤੀ ਦੱਸੀ ਜਾ ਰਹੀ ਹੈ, ਉਹ ਕਿਵੇਂ ਦਾ ਸੀ, ਕੀ ਸੀ, ਉਹ ਅਮੀਰ ਸੀ, ਉਹਦੀ ਕੰਡੀਸ਼ਨ ਦੱਸੀ ਜਾ ਰਹੀ ਹੈ, ਉਹਦੇ ਹਾਲਾਤ ਦੱਸੇ ਜਾ ਰਹੇ ਨੇ। ਠੀਕ ਹੈ, ਇਹ ਹੋ ਗਿਆ ਆਪਣਾ ਆਬਜੈਕਟ। ਸੀ ਇਹ ਟਾਈਮ ਦੱਸ ਰਿਹਾ ਵੀ ਉਹ ਸੀਗਾ, ਹੋਵੇਗਾ ਜਾਂ ਹੈ। ਸੀ ਪਾਸਟ ਦੱਸ ਰਿਹਾ, ਤਾਂ ਪਾਸਟ ਲਈ ਆਪਾਂ ਕਿਹੜੇ ਵਰਤੇ ਨੇ, ਵਾਜ਼ ਜਾਂ ਵਰ। ਇਹ ਆਪਣਾ ਪੰਜਾਬੀ ਦਾ ਸੈਂਟੈਂਸ ਫਾਰਮੇਸ਼ਨ ਹੈ। ਇੰਗਲਿਸ਼ ਦੀ ਜਿਹੜੀ ਸੈਂਟੈਂਸ ਫਾਰਮੇਸ਼ਨ ਆ ਥੋੜ੍ਹੀ ਜਿਹੀ ਡਿਫਰੈਂਟ ਆ। ਉਹਦੇ ਵਿੱਚ ਸੈਂਟੈਂਸ ਐਵੇਂ ਹੁੰਦਾ, ਬਸ ਇੱਕ ਦੋ ਚੀਜ਼ਾਂ ਅੱਗੇ ਪਿੱਛੇ ਨੇ, ਉਹ ਦੇਖਦੇ ਹਾਂ ਆਪਾਂ। ਇੰਗਲਿਸ਼ ਦੇ ਵਿੱਚ ਜੋ ਸੈਂਟੈਂਸ ਬਣਦਾ ਹੈ ਉਹਦੇ ਵਿੱਚ ਸਬਜੈਕਟ ਪਹਿਲਾਂ ਹੀ ਰਹਿੰਦਾ ਹੈ, ਇੰਗਲਿਸ਼ ਪੰਜਾਬੀ ਦੀ ਤਰ੍ਹਾਂ। ਉਸ ਤੋਂ ਬਾਅਦ ਵਰ ਲੱਗਦਾ ਹੈ। ਵਾਜ਼ ਵਰ ਦੇ ਵਿੱਚੋਂ ਕੋਈ ਚੀਜ਼ ਲੱਗੇਗੀ ਸਬਜੈਕਟ ਦੇ ਅਕੋਰਡਿੰਗ। ਸਿੰਗੂਲਰ ਹੈ ਤਾਂ ਵਾਜ਼, ਪਲੂਰਲ ਹੈ ਤਾਂ ਵਰ, ਫਿਰ ਆਬਜੈਕਟ ਲੱਗ ਜਾਏਗਾ। ਉਹਦੇ ਬਾਰੇ, ਉਹਦੇ ਕਿਸ ਚੀਜ਼ ਬਾਰੇ ਗੱਲ ਕਰ ਰਹੇ ਆ, ਉਹ ਆਬਜੈਕਟ ਆਏਗਾ। ਹੁਣ ਇੱਥੇ ਆਪਣਾ ਇਸ ਸੈਂਟੈਂਸ ਦੇ ਵਿੱਚ ਸਬਜੈਕਟ ਕੀ ਆ, ਹੀ ਤੋਂ ਬਾਅਦ ਆਪਾਂ ਵਾਜ਼ ਜਾਂ ਵਰ ਦੇ ਵਿੱਚੋਂ ਇੱਕ ਚੀਜ਼ ਲਾਉਣੀ ਹੈ। ਹੀ ਕੀ ਆ, ਇੱਕ ਵਚਨ ਸਿੰਗੂਲਰ, ਤਾਂ ਇਹਦੇ ਨਾਲ ਲੱਗਿਆ ਵਾਜ਼। ਹੁਣ ਉਹਦੀ ਆਪਾਂ ਕੰਡੀਸ਼ਨ ਦੱਸਣੀ ਆ। ਕੰਡੀਸ਼ਨ ਕੀ ਸੀ, ਰਿਚ। ਹੀ ਵਾਜ਼ ਰਿਚ, ਸ਼ੀ ਵਾਜ਼ ਰਿਚ, ਆਈ ਵਾਜ਼ ਰਿਚ, ਦੇ ਵਰ ਰਿਚ। ਵੈਰੀ ਗੁੱਡ, ਦੇ ਨਾਲ ਵਰ ਲੱਗੇਗਾ। ਕਲੀਅਰ। ਹੋਰ ਸੈਂਟੈਂਸ ਦੇਖਦੇ ਹਾਂ। ਜੀਤ ਇੱਕ ਖਿਡਾਰੀ ਸੀ। ਹੁਣ ਇੱਥੇ ਸਬਜੈਕਟ ਕੌਣ ਹੈ, ਕੰਮ ਕਰਨ ਵਾਲਾ ਵਿਅਕਤੀ ਕੌਣ ਹੈ, ਜੀਤ। ਉਸ ਤੋਂ ਬਾਅਦ ਕੀ ਲਾਉਣਾ ਆਪਾਂ, ਵਾਜ਼ ਜਾਂ ਵਰ। ਜੀਤ ਕੀ ਹੈ, ਇੱਕ ਵਚਨ ਵਾਜ਼। ਕੀ ਸੀ, ਕੀ ਦਾ ਜਵਾਬ ਮਿਲ ਰਿਹਾ, ਤਾਂ ਇੱਥੇ ਆਪਾਂ ਲਗਾਵਾਂਗੇ ਅ ਪਲੇਅਰ। ਜੀਤ ਵਾਜ਼ ਅ ਪਲੇਅਰ। ਸੈਕਿੰਡ ਸੈਂਟੈਂਸ ਦੇਖਦੇ ਹਾਂ। ਤੁਸੀਂ ਕੀ ਸੀ, ਤੁਹਾਡੀ ਸਟੇਟ ਦੱਸੀ ਜਾ ਰਹੀ ਹੈ, ਤੁਹਾਡੀ ਕੰਡੀਸ਼ਨ ਦੱਸੀ ਜਾ ਰਹੀ ਹੈ, ਤੁਹਾਡੇ ਹਾਲਾਤ ਦੱਸੇ ਜਾ ਰਹੇ ਨੇ। ਸਬਜੈਕਟ ਕੌਣ ਹੈ ਇੱਥੇ, ਯੂ। ਯੂ ਦੇ ਨਾਲ ਆਪਾਂ ਕੀ ਲਗਾਉਣਾ ਹੈ, ਵਰ। ਵੈਰੀ ਨਾਈਸ। ਖੁਸ਼ ਦੀ ਇੰਗਲਿਸ਼ ਹੈਪੀ। ਯੂ ਵਰ ਹੈਪੀ। ਥਰਡ ਸੈਂਟੈਂਸ ਦੇਖਦੇ ਹਾਂ। ਉਹ ਚੰਗੇ ਦੋਸਤ ਸਨ। ਉਹ ਇੱਕ ਤੋਂ ਜ਼ਿਆਦਾ ਦੀ ਗੱਲ ਹੋ ਰਹੀ ਹੈ। ਦੇ ਚੰਗੇ, ਦੇ ਤੋਂ ਬਾਅਦ ਕੀ ਆਏਗਾ ਆਪਣਾ, ਵਾਜ਼ ਵਰ, ਵਰ ਲੱਗੇਗਾ ਇੱਥੇ। ਗੁੱਡ ਫਰੈਂਡਸ, ਦੇ ਵਰ ਗੁੱਡ ਫਰੈਂਡਸ। ਮੈਂ ਵਿਅਸਤ ਸੀ। ਸਬਜੈਕਟ ਕੌਣ ਆ, ਆਈ। ਆਈ ਦੇ ਨਾਲ ਲੱਗਿਆ ਵਾਜ਼। ਵਿਅਸਤ ਦੀ ਇੰਗਲਿਸ਼ ਬਿਜ਼ੀ। I was busy. Next sentence. ਸ਼੍ਰੀਮਾਨ ਸੁਰਜੀਤ ਸਾਡੇ ਅਧਿਆਪਕ ਸਨ। ਮਿਸਟਰ ਸੁਰਜੀਤ singular was our teacher. Mr. ਸੁਰਜੀਤ was our teacher. ਅਸੀਂ ਉਦੋਂ ਨਿੱਕੇ ਸੀ। ਉਦੋਂ ਦੀ ਇੰਗਲਿਸ਼ ਹੁੰਦੀ ਹੈ then. ਅਸੀਂ we were young. then we were young. ਜੇ ਤੁਸੀਂ ਪ੍ਰੋਨਾਊਨਸ ਦੇ ਵਿੱਚ ਉਲਝੇ ਹੋਏ ਹੋ ਵੀ ਕਿੱਥੇ ਅਵਰ ਕਿਵੇਂ ਲੱਗਿਆ ਹੈਗਾ, ਤੁਸੀਂ ਪ੍ਰੋਨਾਊਨ ਵਾਲੀ ਵੀਡੀਓ ਦੇਖ ਸਕਦੇ ਹੋ। ਉੱਪਰ ਲਿੰਕ ਆ ਰਿਹਾ ਹੈਗਾ, ਡਿਸਕ੍ਰਿਪਸ਼ਨ ਦੇ ਵਿੱਚ ਵੀ ਪ੍ਰੋਨਾਊਨ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਨੈਗੇਟਿਵ ਸੈਂਟੈਂਸ ਬਣਾਉਣੇ ਸਿੱਖ ਲੈਂਦੇ ਹਾਂ। ਨੈਗੇਟਿਵ ਸੈਂਟੈਂਸ ਦਾ ਸਟਰਕਚਰ ਕੀ ਬਣੇਗਾ, ਸਬਜੈਕਟ ਆਏਗਾ ਪਹਿਲਾਂ। ਬਿਲਕੁਲ ਸਬਜੈਕਟ ਤੋਂ ਹੀ ਸੈਂਟੈਂਸ ਸ਼ੁਰੂ ਹੋਏਗਾ। ਸਿੰਪਲ ਸੈਂਟੈਂਸ ਹੈ, ਆਪਾਂ ਸਵਾਲ ਨਹੀਂ ਪੁੱਛ ਰਹੇ ਹਾਂ, ਤਾਂ ਫਿਰ ਸਬਜੈਕਟ ਤੋਂ ਸ਼ੁਰੂ ਹੋਏਗਾ। ਵਾਜ਼ ਵਰ ਲੱਗੇਗਾ ਸਬਜੈਕਟ ਦੇ ਅਕੋਰਡਿੰਗ, ਫਿਰ ਨੋਟ ਲੱਗੇਗਾ ਨਾ ਦੀ ਜਗ੍ਹਾ 'ਤੇ, ਆਬਜੈਕਟ ਅਖੀਰ 'ਤੇ ਆਏਗਾ। ਉਹ ਗੁੱਸੇ ਨਹੀਂ ਸੀ। ਉਹ ਲੜਕੀ ਹੈ ਤਾਂ ਸ਼ੀ, ਲੜਕਾ ਹੈ ਤਾਂ ਹੀ ਜਾਂ ਸ਼ੀ was not angry. ਗੁੱਸੇ ਦੀ ਇੰਗਲਿਸ਼ ਐਂਗਰੀ। ਚਾਹ ਗਰਮ ਨਹੀਂ ਸੀ। ਚਾਹ ਸਬਜੈਕਟ ਆ। tea was not hot. wasn't ਵੀ ਬੋਲ ਸਕਦੇ ਹਾਂ, ਸ਼ਾਰਟ ਫਾਰਮ ਹੈ was not ਦੀ। tea wasn't hot. ਉਹ ਇਮਾਨਦਾਰ ਨਹੀਂ ਸਨ। ਉਹ ਇੱਕ ਤੋਂ ਜ਼ਿਆਦਾ ਨੇ। they were not honest. they were not honest. ਇਹ ਨੀਲਾ ਨਹੀਂ ਸੀ। it wasn't blue. it wasn't blue. ਕੇਕ ਬਹੁਤ ਸਵਾਦ ਨਹੀਂ ਸੀ। ਕੇਕ ਸਬਜੈਕਟ ਆ ਆਪਣਾ ਇੱਥੇ। the cake wasn't delicious. ਟੇਸਟੀ ਵੀ ਬੋਲ ਸਕਦੇ ਹੋ, ਬਟ ਡਿਲੀਸ਼ੀਅਸ ਵਰਡ ਉਸ ਤੋਂ ਵੀ ਵਧੀਆ ਹੈ, ਆਪਾਂ ਵਧੀਆ ਇੰਗਲਿਸ਼ ਬੋਲਾਂਗੇ। the cake wasn't delicious. ਹੁਣ ਆਪਾਂ ਸਵਾਲ ਵੀ ਪੁੱਛਦੇ ਹਾਂ ਆਪਾਂ ਬਿਲਕੁਲ ਪੰਜਾਬੀ ਦੇ ਵਿੱਚ। ਇੰਗਲਿਸ਼ ਦੇ ਵਿੱਚ ਵੀ ਸਵਾਲ ਪੁੱਛਣੇ ਸਿੱਖਾਂਗੇ, ਕਿਵੇਂ ਆਪਾਂ ਸਵਾਲ ਪੁੱਛਣਾ ਹੈ।
ਇੰਟਰੋਗੇਟਿਵ ਸੈਂਟੈਂਸ ਦਾ ਸਟਰਕਚਰ ਦੇਖ ਲੈਂਦੇ ਇਸ ਕਰਕੇ ਆਪਾਂ ਜਦੋਂ ਆਪਾਂ ਸਵਾਲ ਪੁੱਛ ਰਹੇ ਹਾਂ ਤਾਂ ਸਬਜੈਕਟ ਪਿੱਛੇ ਚਲਾ ਜਾਏਗਾ, ਵਾਜ਼ ਵਰ ਅੱਗੇ ਆ ਜਾਏਗਾ। ਵਾਜ਼ ਵਰ ਦੇ ਵਿੱਚੋਂ ਇੱਕ ਚੀਜ਼, ਫਿਰ ਸਬਜੈਕਟ, ਫਿਰ ਆਬਜੈਕਟ, ਦੈਨ ਕੁਐਸਚਨ ਮਾਰਕ। ਕੀ ਤੁਸੀਂ ਸ਼ਰਾਰਤੀ ਸੀ? ਕੀ ਇੱਥੇ ਫਿਰ ਕਦ ਤੋਂ ਸੈਂਟੈਂਸ ਸ਼ੁਰੂ ਹੋਏਗਾ? ਸਬਜੈਕਟ ਕੌਣ ਹੈ ਇੱਥੇ? ਯੂ ਦੇ ਨਾਲ ਕੀ ਲੱਗਦਾ? ਵਰ। ਵਰ ਅੱਗੇ ਆ ਜਾਏਗਾ, ਵਰ ਸਬਜੈਕਟ ਯੂ, ਸ਼ਰਾਰਤੀ ਨੋਟੀ। ਵਰ ਯੂ ਨੋਟੀ? ਕੀ ਉਹ ਤੁਹਾਡਾ ਸਹਿਪਾਠੀ ਸੀ? ਸਹਿਪਾਠੀ ਮਤਲਬ ਕਲਾਸਮੇਟ। Was he your classmate? Was he your classmate? pronoun ਵਾਲੀ ਵੀਡੀਓ ਜ਼ਰੂਰ ਦੇਖਿਓ ਅਗਰ ਨਹੀਂ ਦੇਖੀ ਤਾਂ। ਕੀ ਤੁਸੀਂ ਸ਼ਰਾਰਤੀ ਸੀ? ਅਗਰ ਤੁਸੀਂ ਕਹਿਣਾ ਨਹੀਂ, no I wasn't, ਜਵਾਬ ਵੀ ਦੇਖ ਰਹੇ ਆਪਾਂ ਨਾਲ। ਜੇ ਕਹਿਣਾ ਹਾਂ ਉਹ ਮੇਰਾ ਸਹਿਪਾਠੀ ਸੀ, yes he was। ਹੁਣ ਆਪਾਂ ਨੈਗੇਟਿਵ ਇੰਟਰੋਗੇਟਿਵ ਸਵਾਲ ਵੀ ਪੁੱਛ ਰਹੇ ਹਾਂ ਬਟ ਨਾਵਾਚਕ ਸਵਾਲ ਨੇ ਸਾਡੇ, ਉਹ ਕਿਵੇਂ ਬਣਾਉਣੇ ਆ ਆਪਾਂ ਉਹ ਵੀ ਦੇਖਦੇ ਹਾਂ। ਕਿ ਉਹ ਉਦਾਸ ਨਹੀਂ ਸੀ, ਸਵਾਲ ਵੀ ਹੈ ਤੇ ਕੁਐਸਚਨ ਮਾਰਕ ਵੀ ਹੈ ਤੇ ਨੈਗੇਟਿਵ ਵੀ ਹੈ। was he or she not sad? ਕੀ ਤੁਸੀਂ ਪਿਆਸੇ ਨਹੀਂ ਸੀ? ਪਿਆਸੇ ਦੀ ਇੰਗਲਿਸ਼ thirsty। were you not thirsty? were you not thirsty? thirsty ਨਹੀਂ ਬੋਲਣਾ ਇਹਨੂੰ, thirsty। ਕੀ ਇਹ ਸਵਾਲ ਸੌਖੇ ਨਹੀਂ ਸਨ? were these sums not easy? were these sums not easy? ਹੁਣ ਆਪਾਂ ਸਟਰਕਚਰ ਦੇਖਦੇ ਹਾਂ ਤਾਂ ਸਟਰਕਚਰ ਕਿਵੇਂ ਬਣਾਇਆ ਆਪਾਂ? was were ਅੱਗੇ ਆਇਆ, ਸਬਜੈਕਟ, ਫਿਰ ਉਸ ਤੋਂ ਬਾਅਦ not ਲੱਗਿਆ ਐਂਡ ਦੈਨ ਆਬਜੈਕਟ ਤੇ ਫਿਰ ਆਪਣਾ ਕੁਐਸਚਨ ਮਾਰਕ। ਬੋਲਣ 'ਚ ਕੁਐਸਚਨ ਮਾਰਕ ਨਹੀਂ ਆਏਗਾ, ਰਾਈਟਿੰਗ ਦੇ ਵਿੱਚ ਲਿਖਦੇ ਹੋਏ ਅਸੀਂ ਜ਼ਰੂਰ ਲਗਾਵਾਂਗੇ ਕੁਐਸਚਨ ਮਾਰਕ। was were subject not and then object। ਉਸ ਤੋਂ ਬਾਅਦ ਆਪਾਂ ਹੁਣ ਅਗਲਾ ਕਨਸੈਪਟ ਕਰਦੇ ਹਾਂ, will be, shall be ਦਾ ਇਸਤੇਮਾਲ ਸਿੱਖਾਂਗੇ ਕਿਵੇਂ ਕਰਨਾ। ਆਪਾਂ ਦੇਖਿਆ ਸੀ will be, shall be ਅਸੀਂ ਜਦੋਂ ਫਿਊਚਰ ਦੀ, ਭਵਿੱਖ ਦੀ, ਆਉਣ ਵਾਲੇ ਸਮੇਂ ਦੀ ਗੱਲ ਕਰਦੇ ਹਾਂ ਉਦੋਂ ਇਸਤੇਮਾਲ ਕਰਨਾ ਹੈ ਜਦੋਂ ਅਸੀਂ ਕਿਸੇ ਵਸਤੂ ਜਾਂ ਵਿਅਕਤੀ ਦੇ ਭਵਿੱਖ ਬਾਰੇ ਗੱਲ ਕਰਨੀ ਹੋਵੇ। ਠੀਕ ਹੈ, ਕਿਸੇ ਵਸਤੂ ਦੇ ਭਵਿੱਖ ਵਿੱਚ ਹੋਣ ਬਾਰੇ ਗੱਲ ਕਰਨੀ ਹੋਵੇ ਵੀ ਉਹ ਕੀ ਹੋਵੇਗਾ, ਕਿਵੇਂ ਹੋਵੇਗਾ, ਕਿਵੇਂ ਹੋਵੇਗੀ ਜਾਂ ਉਹ ਕਿਵੇਂ ਹੋਣਗੇ, ਉਦੋਂ ਆਪਾਂ will be ਜਾਂ shall be ਦਾ ਇਸਤੇਮਾਲ ਕਰਾਂਗੇ, ਯੂਜ਼ ਕਰਾਂਗੇ। ਹੁਣ ਦੇਖਦੇ ਹਾਂ will ਕਿੱਥੇ ਯੂਜ਼ ਕਰਨਾ ਹੈ ਤੇ shall ਕਿੱਥੇ ਯੂਜ਼ ਕਰਨਾ ਹੈ। ਅਗਰ I ਹੈ, we ਹੈ, ਬਹੁਤ ਸੌਖਾ ਰੂਲ ਹੈ। I we ਨਾਲ will ਵੀ ਲੱਗ ਜਾਏਗਾ, shall ਵੀ ਲੱਗ ਜਾਏਗਾ, ਦੋਨੋਂ ਯੂਜ਼ ਕਰ ਸਕਦੇ ਹੋ ਤੁਸੀਂ, ਕੋਈ ਕਨਫਿਊਜ਼ਨ ਨਹੀਂ। ਅਗਰ ਤੁਸੀਂ ਬਹੁਤ ਜ਼ਿਆਦਾ ਦ੍ਰਿੜ ਹੋ ਕਿਸੇ ਚੀਜ਼ ਬਾਰੇ ਤਾਂ will ਯੂਜ਼ ਕਰ ਦਿਓ, ਅਦਰਵਾਈਜ਼ ਥੋੜ੍ਹੇ ਡਾਊਟ 'ਚ ਹੁੰਦਾ shall ਚੱਲ ਜਾਏਗਾ, ਕੋਈ ਇੰਨਾ ਜ਼ਿਆਦਾ ਇਹਦੇ 'ਚ ਪ੍ਰੋਬਲਮ ਵਾਲੀ ਗੱਲ ਨਹੀਂ, ਦੋਨੋਂ ਯੂਜ਼ ਹੋ ਜਾਂਦੇ ਨੇ। ਇਹਨਾਂ I ਤੇ we ਤੋਂ ਇਲਾਵਾ ਕੋਈ ਵੀ ਸਬਜੈਕਟ ਹੋਵੇ ਜਾਂ she ਆ, it ਹੈ, ਯੂ ਦੇ, ਉਹਦੇ ਨਾਲ ਜੋ ਵੀ ਸਬਜੈਕਟ ਹੋਵੇ, ਚਾਹੇ ਨਾਮ ਆ ਜਾਣ, ਇੱਕ ਤੋਂ ਜ਼ਿਆਦਾ ਆ ਜਾਣ, ਉੱਥੇ will ਹੀ ਯੂਜ਼ ਹੋਏਗਾ ਸਟ੍ਰਿਕਟਲੀ। ਕਲੀਅਰ? ਸੈਂਟੈਂਸਿਸ ਦੇਖ ਲੈਂਦੇ ਹਾਂ ਆਪਾਂ। ਸੈਂਟੈਂਸਿਸ ਦਾ ਸਟਰਕਚਰ ਦੇਖਦੇ ਹਾਂ। ਪਹਿਲਾਂ ਸਬਜੈਕਟ ਆਏਗਾ, ਸਬਜੈਕਟ ਦੇ ਅਕੋਰਡਿੰਗ will ਜਾਂ shall ਲੱਗੇਗਾ, ਫਿਰ be ਲੱਗੇਗਾ, ਫਿਰ ਆਬਜੈਕਟ ਆਏਗਾ। I ਤੇ we ਨਾਲ will ਵੀ ਲੱਗੇਗਾ, shall ਵੀ ਲੱਗੇਗਾ, ਬਾਕੀ ਸਭ ਨਾਲ will ਹੀ ਲੱਗੇਗਾ। ਕਲੀਅਰ? ਮੈਂ ਮਸ਼ਹੂਰ ਹੋਵਾਂਗੀ, ਸਬਜੈਕਟ ਕੌਣ ਆ? I ਦੇ ਨਾਲ ਕੀ ਲੱਗੇਗਾ? will shall ਜੋ ਮਰਜ਼ੀ ਲਗਾ ਸਕਦੇ ਹੋ। I shall, I will be, ਮਸ਼ਹੂਰ ਦੀ ਇੰਗਲਿਸ਼ famous, I shall be, will be famous, ਦੋਨੇ ਨਹੀਂ ਲਗਾਉਣੇ, ਇੱਕ ਲਗਾਏਗਾ। shall ਲੱਗੇਗਾ ਜਾਂ will ਲੱਗੇਗਾ? I'll be famous। ਨੈਕਸਟ ਸੈਂਟੈਂਸ ਦੇਖਦੇ ਹਾਂ। ਨੈਕਸਟ ਸੈਂਟੈਂਸ ਹੈ ਅਸੀਂ ਕਾਮਯਾਬ ਲੋਕ ਹੋਵਾਂਗੇ। ਸਬਜੈਕਟ ਕੌਣ ਹੈ ਇੱਥੇ? ਅਸੀਂ, we ਹੋਵਾਂਗੇ, ਫਿਊਚਰ ਦੀ ਗੱਲ ਹੋ ਰਹੀ ਹੈ, will ਵੀ ਲੱਗ ਜਾਏਗਾ, shall ਵੀ ਲੱਗ ਜਾਏਗਾ, ਡਿਪੈਂਡ ਕਰਦਾ ਤੁਹਾਡੇ ਤੇ। we shall be successful people, ਸਕਸੈਸਫੁਲ ਸਫਲ ਪੀਪਲ ਲੋਕ। ਰਾਣੀ ਇੱਕ ਡਾਕਟਰ ਹੋਵੇਗੀ, ਰਾਣੀ ਦੇ ਫਿਊਚਰ ਦੀ ਗੱਲ ਕਰ ਰਹੇ ਹਾਂ, ਰਾਣੀ ਕੀ ਹੋਵੇਗੀ? ਡਾਕਟਰ। ਰਾਣੀ will be, yes, ਰਾਣੀ will be a doctor। ਇੱਥੇ shall ਵੀ ਨਹੀਂ ਲੱਗੇਗਾ, ਗਲਤੀ ਨਹੀਂ ਕਰਨੀ। I ਤੇ we ਨਾਲ shall ਲੱਗ ਸਕਦਾ ਹੈ, ਬਾਕੀ ਸਭ ਨਾਲ will ਹੀ ਲੱਗੇਗਾ।
ਰਾਣੀ ਵਿਲ ਬੀ ਅ ਡਾਕਟਰ। ਹੁਣ ਆਪਾਂ ਇਹਦੇ ਨੈਗੇਟਿਵ ਸੈਂਟੈਂਸ ਬੋਲ ਦਿੰਨੇ ਆ, ਨੈਗੇਟਿਵ ਸੈਂਟੈਂਸ ਬਣਾ ਲੈਣੇ, ਕਿਉਂਕਿ ਨੈਗੇਟਿਵ ਸੈਂਟੈਂਸ ਵੀ ਹੋਣੇ ਚਾਹੀਦੇ ਆ ਫਿਊਚਰ ਦੇ ਆਪਾਂ ਨੂੰ। ਇਹਦਾ ਸਟਰਕਚਰ ਦੇਖਾਂਗੇ ਸਭ ਤੋਂ ਪਹਿਲਾਂ ਕੀ ਹੋਏਗਾ, ਕਿਵੇਂ ਸੈਂਟੈਂਸ ਫਾਰਮੇਸ਼ਨ ਬਣੇਗੀ। ਸਬਜੈਕਟ ਆਏਗਾ, ਵਿਲ ਸ਼ੈਲ ਦੇ ਵਿੱਚੋਂ ਇੱਕ ਚੀਜ਼, ਸਬਜੈਕਟ ਅਕੋਰਡਿੰਗ ਪਲਸ ਨੋਟ ਲੱਗੇਗਾ, ਫਿਰ ਬੀ ਲੱਗੇਗਾ ਐਂਡ ਦੈਨ ਆਬਜੈਕਟ। ਸੈਂਟੈਂਸ ਹੈ ਜਿਵੇਂ ਉਹ ਤੁਹਾਡਾ ਸਹਾਇਕ ਨਹੀਂ ਹੋਵੇਗਾ, ਫਿਊਚਰ ਦੀ ਗੱਲ ਹੈ। ਹੋਵੇਗਾ ਕੀ ਨਹੀਂ ਹੋਏਗਾ, ਸਹਾਇਕ। ਕੀ ਦਾ ਜਵਾਬ ਮਿਲ ਰਿਹਾ, he will not be your assistant। will not ਨੂੰ ਆਪਾਂ ਕੀ ਬੋਲ ਸਕਦੇ ਹਾਂ, won't। he won't be your assistant। ਆਸਾਨ ਹੈ, ਬਿਲਕੁਲ ਆਸਾਨ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਠੀਕ ਹੈ, ਨੈਕਸਟ ਸੈਂਟੈਂਸ ਦੇਖਦੇ ਹਾਂ ਆਪਾਂ। ਨੈਕਸਟ ਸੈਂਟੈਂਸ ਹੈ, ਤੁਸੀਂ ਕਾਹਲੀ ਵਿੱਚ ਨਹੀਂ ਹੋਵੋਗੇ। ਕਾਹਲੀ ਦੀ ਇੰਗਲਿਸ਼ ਕੀ ਹੁੰਦੀ ਹੈ, ਹਰੀ, ਇਨ ਅ ਹਰੀ। You won't be in a hurry। मैं will not ਦੀ ਜਗ੍ਹਾ ਤੇ won't use ਕੀਤਾ, ਸਪੀਕਿੰਗ ਦੇ ਵਿੱਚ ਆਪਾਂ use ਕਰਦੇ ਹਾਂ। You won't be in a hurry। ਉਹ ਗੁਲਾਮ ਨਹੀਂ ਹੋਣਗੇ। ਉਹ ਇੱਕ ਤੋਂ ਜ਼ਿਆਦਾ ਨਹੀਂ, they won't be slaves। ਗੁਲਾਮ ਨੂੰ slave ਕਹਿੰਦੇ, ਇੱਕ ਤੋਂ ਜ਼ਿਆਦਾ ਨਹੀਂ, slaves। they won't be slaves। ਹੁਣ ਆਪਾਂ ਇੰਟਰੋਗੇਟਿਵ ਸੈਂਟੈਂਸਸ ਬਣਾ ਲੈਂਦੇ ਹਾਂ। ਆਪਾਂ ਸਵਾਲ ਵੀ ਪੁੱਛਦੇ ਹਾਂ ਜ਼ਿੰਦਗੀ ਦੇ ਵਿੱਚ, ਨੋਰਮਲ ਲਾਈਫ 'ਚ ਬਹੁਤ ਪੁੱਛਦੇ ਹਾਂ। ਸਟਰਕਚਰ ਦੇਖ ਲੈਂਦੇ ਹਾਂ ਆਪਾਂ, ਇਹਦਾ ਕੀ ਬਣੇਗਾ। ਵਿਲ ਆਏਗਾ, ਸ਼ੈਲ ਅੱਗੇ ਆ ਜਾਏਗਾ, ਸਬਜੈਕਟ ਆਏਗਾ, ਫਿਰ ਬੀ ਆਏਗਾ, ਫਿਰ ਆਬਜੈਕਟ ਆਏਗਾ। ਕਾਮਨ ਸਵਾਲ ਨੇ ਆਪਾਂ ਪੁੱਛਦੇ ਹਾਂ, ਜਿਵੇਂ ਕਿ ਪਹਿਲਾ ਸਵਾਲ ਹੈ, ਕੀ ਤੁਸੀਂ ਤਿਆਰ ਹੋਵੋਗੇ। ਬਹੁਤ ਪੁੱਛਦੇ ਹਾਂ ਆਪਾਂ ਸਵਾਲ ਇਹ। ਵਿਲ ਯੂ ਬੀ ਰੈਡੀ। ਵਿਲ ਆ ਜਾਏਗਾ ਪਹਿਲਾਂ, ਯੂ be ready। will subject plus be plus object। सेकेंड सेंटेंस है कि वो समय दे पाबंद होणगे। समय दे पाबंद होण दी इंग्लिश हुंदी आ पंचुअल। will they be punctual। will they be punctual। कि ਉਹ ਸਾਡਾ ਦੋਸਤ ਹੋਵੇਗਾ। will he be our friend। will he be our friend। ਤੁਸੀਂ ਵੀ ਆਪਣੇ ਸੈਂਟੈਂਸ ਬਣਾ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਇੰਟਰੋਗੇਟਿਵ ਨੈਗੇਟਿਵ ਵੀ ਬਣਾ ਲੈਂਦੇ ਹਾਂ, ਜਿਹਦੇ 'ਚ ਸਵਾਲ ਵੀ ਪੁੱਛਾਂਗੇ ਬਟ ਨੈਗੇਟਿਵ ਹੋਣਗੇ। ਉਹ ਸਟਰਕਚਰ ਹੋਏਗਾ, ਵਿਲ ਦੇ ਸ਼ੈਲ ਦੇ ਵਿੱਚੋਂ ਇੱਕ ਚੀਜ਼ ਪਲੱਸ ਸਬਜੈਕਟ ਪਲੱਸ ਨੋਟ ਪਲੱਸ ਬੀ ਐਂਡ ਦੈਨ ਆਬਜੈਕਟ ਤੇ ਕੁਐਸਚਨ ਮਾਰਕ ਰਹੇਗਾ ਆਪਣਾ। ਪਹਿਲਾ ਸੈਂਟੈਂਸ ਹੈ, ਕੀ ਤੁਸੀਂ ਕੱਲ ਘਰ ਨਹੀਂ ਹੋਵੋਗੇ। ਪੁੱਛਦੇ ਨਾ ਆਪਾਂ ਸਵਾਲ ਇੱਦਾਂ ਦੇ, ਕਿਵੇਂ ਬਣੇਗਾ ਫਿਰ ਇਹ। ਵਿਲ ਸ਼ੈਲ ਚੋਂ ਇੱਕ ਚੀਜ਼, ਬਿਲਕੁਲ ਆਪਾਂ ਕੱਲ ਵਾਲਾ ਡਾਊਟ ਕੱਢਦੇ ਹਾਂ, ਕੱਲ ਨੂੰ ਆਪਾਂ ਅੱਗੇ ਲੈ ਜਾਂਦੇ। ਕੱਲ ਨੂੰ ਇੰਗਲਿਸ਼ ਦੇ ਵਿੱਚ ਟਮੋਰੋ ਕਹਿ ਦਿੰਦੇ ਆ। ਟਮੋਰੋ ਵਿਲ ਯੂ ਨਾਟ ਬੀ ਐਟ ਹੋਮ। ਵਿਲ ਸਬਜੈਕਟ ਨੋਟ ਬੀ ਆਬਜੈਕਟ। ਕੀ ਮੋਹਨ ਸਿਹਤਮੰਦ ਨਹੀਂ ਹੋਵੇਗਾ। ਮੋਹਨ ਦੇ ਨਾਲ ਕੀ ਲੱਗੇਗਾ, ਵਿਲ ਜਾਂ ਸ਼ੈਲ। ਵਿਲ, ਵੈਰੀ ਨਾਈਸ। ਵਿਲ ਮੋਹਨ ਨੋਟ ਬੀ ਹੈਲਦੀ। ਸਿਹਤਮੰਦ ਦੀ ਇੰਗਲਿਸ਼ ਹੁੰਦੀ ਆ ਹੈਲਦੀ। ਇਜ਼ਮਾਰ ਦਾ ਕੰਸੈਪਟ ਇਸ ਵੀਡੀਓ ਦੇ ਵਿੱਚ ਡਿਸਕਸ ਨਹੀਂ ਕੀਤਾ ਗਿਆ ਹੈ, ਕਿਉਂਕਿ ਆਲਰੇਡੀ ਉਹ ਵੀਡੀਓ ਚੈਨਲ ਉੱਪਰ ਅਪਲੋਡ ਹੋ ਚੁੱਕੀ ਹੈ। ਆਈ ਬਟਨ ਦੇ ਵਿੱਚ ਲਿੰਕ ਆ ਰਿਹਾ ਹੋਏਗਾ, ਸ਼ੋ ਹੋ ਰਿਹਾ ਹੋਏਗਾ ਤੁਹਾਨੂੰ। ਔਰ ਮੋਰ ਓਵਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀਡੀਓ ਦਾ ਲਿੰਕ ਪਿਆ ਹੈ, ਤੁਸੀਂ ਕਲਿੱਕ ਕਰਕੇ ਉੱਥੋਂ ਦੇਖ ਸਕਦੇ ਹੋ। ਉਹ ਵੀਡੀਓ ਤੁਸੀਂ ਜ਼ਰੂਰ ਦੇਖ ਲਓ। ਸੁਜੈਸ਼ਨ ਹੈ ਮੇਰਾ, ਉਸ ਵੀਡੀਓ ਦੇ ਵਿੱਚ ਬਹੁਤ ਹੀ ਬੇਸਿਕ ਲੈਵਲ ਤੋਂ ਬਹੁਤ ਸਿੰਪਲ ਤਰੀਕੇ ਨਾਲ ਕੰਸੈਪਟ ਨੂੰ ਕਲੀਅਰ ਕੀਤਾ ਗਿਆ ਹੈ। ਕੀ ਅਸੀਂ ਕਾਮਨ ਮਿਸਟੇਕਸ ਕਰਦੇ ਹਾਂ ਜਦੋਂ ਅਸੀਂ ਇਜ਼ਮਾਰ ਦਾ ਯੂਜ਼ ਕਰਦੇ ਹਾਂ, ਉਹ ਵੀ ਡਿਸਕਸ ਕੀਤੀਆਂ ਗਈਆਂ ਨੇ। ਵੀਡੀਓ ਦੇਖੋ ਅਤੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰੋ। ਇਹ ਐਕਸਰਸਾਈਜ਼ ਪੰਜਾਬੀ ਦੇ ਸੈਂਟੈਂਸਸ ਨੇ, ਇਹਨਾਂ ਨੂੰ ਇੰਗਲਿਸ਼ ਟਰਾਂਸਲੇਟ ਕਰਿਓ ਔਰ ਟਰਾਂਸਲੇਟ ਕਰਕੇ ਤੁਸੀਂ ਕਮੈਂਟ ਕਰਿਓ ਆਪਦੇ ਆਨਸਰਸ। ਬਿਲਕੁਲ ਕੋਸ਼ਿਸ਼ ਜਾਰੀ ਰੱਖੋ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਔਰ ਆਪਣੇ ਆਨਸਰਸ ਕਮੈਂਟ ਕਰ ਦਿਓ। ਇਹਦੇ ਵਿੱਚੋਂ ਤੁਹਾਨੂੰ ਬਹੁਤ ਸਿੰਪਲ ਸੈਂਟੈਂਸਸ ਨੇ। ਮੈਂ ਤਿਆਰ ਸੀ, ਤੁਸੀਂ ਬਿਮਾਰ ਨਹੀਂ ਸੀ, ਕੱਲ ਮੇਰਾ ਦੋਸਤ ਗੈਰ ਹਾਜ਼ਰ ਨਹੀਂ ਹੋਵੇਗਾ, ਕਿ ਅਸੀਂ ਨਿਮਰ ਨਹੀਂ ਸੀ, ਕਿ ਰਾਜੂ ਧੰਨਵਾਦੀ ਨਹੀਂ ਹੋਵੇਗਾ। ਇੱਥੇ ਧੰਨਵਾਦੀ ਵਰਡ 'ਤੇ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ। ਧੰਨਵਾਦੀ ਦਾ ਮਤਲਬ ਹੁੰਦਾ ਹੈ ਥੈਂਕਫੁਲ।
ਗ੍ਰੇਟਫੁਲ, ਆਭਾਰੀ ਵੀ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਸ਼ੁਕਰਗੁਜ਼ਾਰ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਸਮਝ ਆਇਆ ਹੋਏਗਾ ਕਨਸੈਪਟ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ, ਸ਼ੇਅਰ ਵੀ ਕਰ ਦਿਓ ਜਿਨ੍ਹਾਂ ਦੀ ਤੁਸੀਂ ਇੰਪਰੂਵਮੈਂਟ ਕਰਵਾਉਣਾ ਚਾਹੁੰਦੇ ਹੋ ਇੰਗਲਿਸ਼ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰੋ, ਜੇ ਨਹੀਂ ਕੀਤਾ ਤਾਂ ਕਰੋ। ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓਜ਼ ਸਭ ਤੋਂ ਪਹਿਲਾਂ ਮਿਲ ਸਕਣ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਵੀਡੀਓਜ਼ ਦੇਖਦੇ ਰਹੋ, ਇੰਗਲਿਸ਼ ਬੋਲਣੀ ਸਿੱਖਦੇ ਰਹੋ। ਕੀਪ ਵਾਚਿੰਗ, ਕੀਪ ਲਰਨਿੰਗ, ਟੇਕ ਕੇਅਰ, ਸਟੇ ਬਲੈਸਡ।